ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਵੱਡੀਆਂ ਅਪਡੇਟਸ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਅੱਜ ਪੂਰੇ ਹੀ ਮੁਲਕ ਦੇ ਵਿੱਚ ਡਾਕਟਰ BR ਅੰਬੇਦਕਰ ਦਾ 130ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਸਿਆਸੀ ਗਤੀਵਿਧੀਆਂ ਵੀ ਵੇਖਣ ਨੂੰ ਮਿਲੀਆਂ ਤੇ ਉਧਰ ਦੂਜੇ ਪਾਸੇ ਪੂਰੇ ਮੁਲਕ ਦੇ ਵਿੱਚ ਡਾਕਟਰ ਅੰਬੇਦਕਰ ਨੂੰ ਵੀ ਯਾਦ ਕੀਤਾ ਗਿਆ। ਦੱਸ ਦਈਏ ਕਿ ਇਸ ਦਿਨ ਉੱਤੇ ਪੰਜਾਬ ਦੇ ਵਿੱਚ ਵੱਡੀਆਂ ਸਿਆਸੀ ਐਲਾਨਾਂ ਦੀਆਂ ਝੜੀਆਂ ਲੱਗੀਆਂ ਨੇ। ਇੱਕ ਪਾਸੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਐਲਾਨ ਕੀਤੀ, ਉਧਰ ਦੂਜੇ ਪਾਸੇ ਵੱਡਾ ਐਲਾਨ ਪੰਜਾਬ ਦੀ ਸਿਆਸਤ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਵੀ ਕਰ ਗਏ ਨੇ। ਇਸ ਦਰਮਿਆਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਹਿਲਾਂ ਵੱਡੇ ਐਲਾਨ ਸੁਣਾਵਾਂਗੇ। ਦਲਿਤ ਭਾਈਚਾਰੇ ਦੇ ਲਈ ਵੱਡਾ ਐਲਾਨ ਕਰ ਗਏ ਨੇ ਕੈਪਟਨ ਅਮਰਿੰਦਰ ਸਿੰਘ। 30% ਹਰ ਇੱਕ ਸਕੀਮਾਂ ਦੇ ਵਿੱਚ ਰਾਖਵਾਂਕਰਨ ਹੋਇਆ ਕਰੇਗਾ ਦਲਿਤ ਭਾਈਚਾਰੇ ਦਾ। ਇਸ ਗੱਲ ਦਾ ਐਲਾਨ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ ਤੇ ਹੋਰ ਵੀ ਕੀ ਵੱਡੇ ਐਲਾਨ ਨੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਨੇ। ਇਹਨਾਂ ਦੇ ਵਾਸਤੇ ਅਸੀਂ ਵੀ ਹੈਵ ਡਨ ਕੁਆਇਟ ਅ ਲੋਟ। ਪੰਜਾਬ ਸਾਡੀ ਸਰਕਾਰ ਨੇ, ਤੁਹਾਡੀ ਸਰਕਾਰ ਤੁਸੀਂ ਸਾਰੇ ਹੋ ਰਹੇ ਹੋ ਜਿਨ੍ਹਾਂ ਨੇ ਕੀਤਾ। ਜੈਸੇ ਸ਼ਗਨ ਸਕੀਮ ਜਿੱਥੇ ਪਹਿਲਾਂ ਸ਼ੁਰੂ ਹੋਈ ਸੀ ਥੋੜ੍ਹੇ ਜਿਹੇ ਅਮਾਊਂਟ 'ਚ 5100 ਦੇ ਵਿੱਚ, ਫਿਰ 15000 ਦੀ ਬਣ ਗਈ ਸੀ। ਅਸੀਂ ਉਹ ਬਣਾਈ। BJP ਅਕਾਲੀ ਦਲ ਦੀ ਗਵਰਨਮੈਂਟ ਨੇ ਕੁਛ ਵੀ ਨਹੀਂ ਛੇੜਿਆ ਇਸ ਨੂੰ, ਆਪਾਂ ਹੀ ਕੀਤਾ ਸਭ ਕੁਛ। ਫਿਰ ਜਦੋਂ ਆਪਾਂ ਆਏ 2017 'ਚ ਆਪਾਂ ਨੇ 21000 ਕੀਤਾ ਔਰ ਹੁਣ ਆਪਾਂ ਨੇ 1 ਜੁਲਾਈ ਤੋਂ 51000 ਕਰ ਦਿੱਤਾ ਤਾਂ ਕਿ ਇੱਥੇ ਸ਼ਗਨ ਸਕੀਮ ਦੇ ਵਿੱਚ ਕਰੇ। ਔਰ ਇਹਦੇ 409 ਕਰੋੜ ਰੁਪਏ ਆਪਾਂ ਦੇ ਚੁੱਕੇ ਹਾਂ ਔਰ 1,95,000 1.95 ਲੋਕ 1,95,000 ਬੰਦਿਆਂ ਨੂੰ ਬੈਨੀਫਿਸ਼ਰੀਜ਼ ਨੂੰ ਆਪਾਂ ਦੇ ਚੁੱਕੇ ਹਾਂ ਇਹ ਚੀਜ਼ ਤੋਂ। ਸੋਸ਼ਲ ਸਿਕਿਉਰਿਟੀ ਪੈਨਸ਼ਨ ਅਸੀਂ ਇਹਨੂੰ 100 ਤੋਂ 200 ਲਿਆਏ ਸੀ ਪਹਿਲਾਂ 2000 ਪੁਰਾਣੇ ਜ਼ਮਾਨੇ 'ਚ। ਫਿਰ ਅਸੀਂ ਅਕਾਲੀ ਦਲ ਨੇ ਇਹਨੂੰ ਕੁਝ ਨਹੀਂ ਕੀਤਾ। ਫਿਰ ਅਸੀਂ 2,500 ਤੋਂ ਤੱਕ ਲੈ ਗਏ ਸੀ 2006 ਵਿੱਚ। ਫਿਰ ਅਕਾਲੀ ਦਲ ਦੀ ਸਰਕਾਰ ਆਈ 7 ਤੋਂ 12, ਇਹਨਾਂ ਨੇ ਵੀ ਨਹੀਂ ਕੁਛ ਕੀਤਾ, ਕਦੇ ਨਹੀਂ। ਆਈ ਡੋ ਨੋਟ ਨੋ, ਮੈਨੂੰ ਸਮਝ ਨਹੀਂ ਆਉਂਦੀ। ਸੁਖਬੀਰ ਬਾਦਲ ਜੋ ਮਰਜ਼ੀ ਇੱਥੇ ਬੋਲੀ ਜਾਏ, ਮੈਂ ਬਣਾਊਂਗਾ ਫਲਾਣਾ ਬਣਾਊਂਗਾ। ਜਰਾ ਮੈਨੂੰ ਕਦੇ ਦਿਖਾ ਤਾਂ ਦਿਓ ਕਿ ਕੁਛ ਤੁਸੀਂ ਕੀਤਾ ਵੀ ਹੈ ਸਮਾਜ ਵਾਸਤੇ। ਆਈ ਅਨਨੈਸੈਸਰੀ ਉਹੀ ਰੌਲਾ ਪਾਉਣ ਵਾਸਤੇ ਤਾਂ ਕਿ ਸਾਨੂੰ 2 ਵੋਟਾਂ ਪੈ ਜਾਣ। 2 ਪਤਾ ਨਹੀਂ ਪੈਣਗੀਆਂ ਜਾਂ ਨਹੀਂ, ਦਿਸ ਇਜ਼ ਵਾਟ ਦੇ ਆਰ ਹੋਪਿੰਗ ਟੂ, ਦਿਸ ਇਜ਼ ਦੇਅਰ ਅਚੀਵਮੈਂਟ। ਫਿਰ ਅਸੀਂ ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮੌਕੇ ਦੇ ਉੱਤੇ ਵੱਡਾ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਜੇਕਰ 2022 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਡਿਪਟੀ ਮੁੱਖ ਮੰਤਰੀ ਦਲਿਤ ਭਾਈਚਾਰੇ ਦੇ ਵਿੱਚੋਂ ਲਿਆ ਜਾਏਗਾ। ਇਸ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਹੈ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇਸ ਗੱਲ ਦਾ ਜਵਾਬ ਮੋੜਵੇਂ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਜਾ ਰਿਹਾ। ਅੱਜ ਦੇ ਦਿਨ ਬਾਬਾ ਸਾਹਿਬ ਜੀ ਦਾ 130ਵਾਂ ਜਨਮ ਦਿਹਾੜਾ ਹੈ। ਮੈਂ 2-3 ਗੱਲਾਂ ਮੈਂ ਐਲਾਨ ਕਰਨਾ ਚਾਹੁੰਦਾ। ਇੱਕ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਆਊਗੀ, ਪਰਮਾਤਮਾ ਮਿਹਰ ਕਰੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ, ਬਾਬਾ ਸਾਹਿਬ ਜੀ ਦੇ ਆਸ਼ੀਰਵਾਦ ਨਾਲ, ਪਰਮਾਤਮਾ ਦੇ ਆਸ਼ੀਰਵਾਦ ਨਾਲ ਜਦੋਂ ਸਰਕਾਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ, ਬਾਬਾ ਸਾਹਿਬ ਜੀ ਦੀ ਯਾਦ ਦੇ ਨਾਂ ਤੇ ਇੱਕ ਬਹੁਤ ਵਧੀਆ ਯੂਨੀਵਰਸਿਟੀ, ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਂ ਤੇ ਯੂਨੀਵਰਸਿਟੀ ਦੁਆਬੇ ਵਿੱਚ ਬਣਾਈ ਜਾਊਗੀ। ਇੱਕ ਬਹੁਤ ਵਧੀਆ ਯੂਨੀਵਰਸਿਟੀ, ਜਿਸ ਯੂਨੀਵਰਸਿਟੀ ਰਹੇ ਉਹਨਾਂ ਦੇ ਜੋ ਵਿਚਾਰ ਹੈ, ਉਹਨਾਂ ਦੀ ਸੋਚ ਹੈ, ਆਪਣੀ ਨਵੀਂ ਪੀੜ੍ਹੀ ਨੂੰ ਦਿੱਤੀ ਜਾਊਗੀ। ਦੂਜਾ ਵੱਡਾ ਐਲਾਨ, ਸ਼੍ਰੋਮਣੀ ਅਕਾਲੀ ਦਲ ਪਰਮਾਤਮਾ ਮਿਹਰ ਕਰੇ ਸਰਕਾਰ ਬਣਾਏ ਤੇ ਜੋ ਡਿਪਟੀ CM ਹੈ ਅਸੀਂ ਦਲਿਤ ਪਰਿਵਾਰ ਚੋਂ ਲਵਾਂਗੇ, SC ਪਰਿਵਾਰ ਚੋਂ ਅਸੀਂ ਡਿਪਟੀ CM। ਉਧਰ ਸੁਖਬੀਰ ਬਾਦਲ ਦੇ ਇਸ ਉਪ ਮੁੱਖ ਮੰਤਰੀ ਦੇ ਚੁਣਾਵੀ ਪੱਤੇ ਦੇ ਉੱਤੇ ਹੁਣ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਦਾ ਪ੍ਰਤੀਕਰਮ ਹੈ। ਰਾਜਕੁਮਾਰ ਵੇਰਕਾ ਨੇ ਸਿੱਧੇ ਸ਼ਬਦਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ। ਬਈ ਅੱਜ ਸੁਖਬੀਰ ਬਾਦਲ ਨੂੰ ਦਲਿਤਾਂ ਦੀ ਯਾਦ ਕਿਉਂ ਸਤਾਉਣ ਲੱਗ ਗਈ ਹੈ? 10 ਸਾਲ ਲਗਾਤਾਰ ਅਕਾਲੀ BJP ਦੀ ਸਰਕਾਰ ਰਹੀ ਹੈ, ਉਦੋਂ ਦਲਿਤਾਂ ਦੀ ਯਾਦ ਕਿਉਂ ਨਹੀਂ ਆਈ? ਸੁਖਬੀਰ ਸਿੰਘ ਬਾਦਲ ਜੀ, ਤੁਹਾਨੂੰ ਹੁਣ ਜਿਹਨੂੰ ਕਹਿੰਦੇ ਆ ਨਾ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਮਾਵਾਂ ਧੀਆਂ ਗਾਉਣ ਵਾਲੀਆਂ ਤੇ ਪਿਓ ਪੁੱਤ ਜਾਂਜੀ,
ਬਾਪੂ ਬਣ ਗਿਆ ਮੁੱਖ ਮੰਤਰੀ, ਤੁਸੀਂ ਬਣ ਗਏ ਡਿਪਟੀ ਮੁੱਖ ਮੰਤਰੀ, ਤੇ ਤੁਹਾਡੀ ਘਰ ਵਾਲੀ ਬਣ ਗਈ ਜਾ ਕੇ ਦਿੱਲੀ 'ਚ ਕੇਂਦਰ 'ਚ ਮੰਤਰੀ। ਉਦੋਂ ਦਲਿਤ ਦੀ ਕਿਉਂ ਨਹੀਂ ਯਾਦ ਆਏ? ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਅੱਜ ਤੁਹਾਨੂੰ ਕੁਰਸੀ ਦਾ ਡੰਗ ਸਤਾ ਰਿਹਾ ਹੈ। ਬਈ ਅੱਜ ਸੱਪ ਦੇ ਡੰਗੇ ਦਾ ਤੇ ਇਲਾਜ ਹੈਗਾ, ਕੁਰਸੀ ਦੇ ਡੰਗੇ ਦਾ ਕੋਈ ਇਲਾਜ ਨਹੀਂ, ਤੁਹਾਡਾ ਕੋਈ ਇਲਾਜ ਨਹੀਂ। ਦਲਿਤ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦਾ, ਤੁਹਾਨੂੰ ਵੋਟ ਨਹੀਂ ਪਾਏਗਾ। ਅਕਾਲੀ ਦਲ ਦੀ ਸਾਬਕਾ ਭਾਈਵਾਲ ਪਾਰਟੀ ਰਹਿ ਚੁੱਕੀ ਭਾਜਪਾ ਦੇ ਆਗੂ ਤਰੁਣ ਚੁੱਘ ਦੇ ਵੱਲੋਂ ਵੀ ਇਸ ਬਿਆਨ ਦੇ ਉੱਤੇ ਪ੍ਰਤੀਕਰਮ ਦਿੱਤਾ ਗਿਆ। ਤਰੁਣ ਚੁੱਘ ਦਾ ਕਹਿਣਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਅਜਿਹਾ ਹੀ ਬਿਆਨ ਦੇ ਚੁੱਕੇ ਨੇ ਅਤੇ ਦਲਿਤ ਭਾਈਚਾਰੇ ਨਾਲ ਕਿਸੇ ਵੀ ਇਨਸਾਫ ਨਹੀਂ ਕੀਤਾ ਜਾਂਦਾ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਉਪ ਮੁੱਖ ਮੰਤਰੀ ਨਹੀਂ ਬਲਕਿ ਮੁੱਖ ਮੰਤਰੀ ਹੀ ਦਲਿਤ ਭਾਈਚਾਰੇ ਦੇ ਵਿੱਚੋਂ ਬਣਾਇਆ ਜਾਏਗਾ। ऐसा है कि जो तो भारतीय जनता पार्टी कहती है कि मुख्यमंत्री दलित होएगा तो सारे कहते हो गलत है। आज सुखबीर जी ने कहा, सुखबीर जी एक गल कैप्टन साहब ने भी कही सी कि दलित भाईचारे तो उप मुख्यमंत्री होएगा। मैं पूछना चाहना उप ही क्यों, मुख्यमंत्री क्यों नहीं होएगा? 38% जिस स्टेट च लगभग कुछ आंकड़े कहते 34%, कुछ आंकड़े कहते 38% आबादी है दलित भाईचारे की, लगभग 30% तो ज्यादा ओबीसी भाईचारे की आबादी है। उस प्रदेश का मुख्यमंत्री केवल एक कास्ट तो ही अज तक क्यों बनता आ रहा है? क्यों असीं दलित भाईचारे के परिवारां नूं, बच्चों नूं मौका क्यों नहीं दे रहे? इस पिछे उप ही क्यों? सुखबीर जी मुख्यमंत्री क्यों नहीं होना चाहिए दलित भाईचारे का? और कैप्टन साहब तुसीं ते झूठ बोलिया सी, उप मुख्यमंत्री बनाने का वादा किया सी, लेकिन सरकार जाने का टाइम आ गया, हजे तक वो काम नहीं हो पाया। बीजेपी आई तो वो मुख्यमंत्री दलित होएगा? मैं कहना क्यों नहीं होएगा? सानू मौका मिला पंजाब के अंदर नेता बनाने का विधायक दल का। असी भगत चूनी लाल जी नूं विधायक दल का 5 साल नेता रखा और कांग्रेस ने अज तक भी दलित भाईचारे का उप मुख्यमंत्री या दलित भाईचारे का नेता नहीं रखा। भारतीय जनता पार्टी हर भाईचारे का सम्मान करती है और अगर पंजाब के अंदर सरकार बनती है तो दलित भाईचारे का मुख्यमंत्री बनना चाहिए। मैं समझना इस तो वधिया असी पंजाब की जनता नूं इंसाफ देने का काम होर कोई नहीं हो सकता। ਉਧਰ ਆਈਜੀ ਕੁਮਰ ਵਿਜੇ ਪ੍ਰਤਾਪ ਦੇ ਅਸਤੀਫੇ ਨੂੰ ਲੈ ਕੇ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਬਵਾਲ ਮਚਿਆ ਹੋਇਆ ਹੈ, ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਈਜੀ ਕੁਮਰ ਵਿਜੇ ਪ੍ਰਤਾਪ ਨੂੰ ਇੱਕ ਧੜਾ ਇਮਾਨਦਾਰ ਅਫਸਰ ਦੇ ਤੌਰ ਤੇ ਉੱਤੇ ਵੇਖ ਰਿਹਾ ਹੈ ਤੇ ਉਸ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ ਤੇ ਦੂਜੇ ਧੜੇ ਦੀ ਵੱਲੋਂ ਆਈਜੀ ਕੁਮਰ ਵਿਜੇ ਪ੍ਰਤਾਪ ਦੀ ਜਾਂਚ ਦੇ ਉੱਤੇ ਹੀ ਸਵਾਲ ਖੜੇ ਕੀਤੇ ਜਾ ਰਹੇ ਨੇ। ਇਸ ਦਰਮਿਆਨ ਵੱਖ-ਵੱਖ ਸਿਆਸੀ ਪ੍ਰਤੀਕਰਮ ਨੇ ਜੋ खुद आईजी विजय कुमार प्रताप के हिस्से दे विच भी जा रहे हैं ਅਤੇ उधर दूजे पासे कई विरोधी धिरां भी आईजी कुमार विजय प्रताप के खिलाफ खड़ियां ने। उधर इस दरमियान एक निंदा प्रस्ताव पास किया गया लोक इंसाफ पार्टी के वलों। लोक इंसाफ पार्टी के प्रधान सिमरजीत बैंस ने इस मौके के उत्ते आईजी कुमार विजय प्रताप नूं सियासी तौर के उत्ते नाइंसाफी का शिकार दस्सिया गया। ਅੱਜ ਦੁੱਖ ਤੇ ਅਫਸੋਸ ਹੈ, ਬਾਕੀ 5 ਸਾਲ ਪਹਿਲਾਂ ਕੀਤੇ ਵਾਅਦੇ ਪਰੇ ਕਰ ਦਈਏ ਸਾਰੇ। ਅੱਜ ਉਹ ਗੁਰੂ ਜਿਹੜਾ ਸਾਨੂੰ ਸਾਡੇ ਸਵਾਸਾਂ ਤੋਂ ਪਿਆਰਾ, ਸਾਡੀ ਜਾਨ ਤੋਂ ਪਿਆਰਾ, ਉਹਦਾ ਅੰਗ ਅੰਗ ਰੂੜੀਆਂ ਦੇ ਉੱਤੇ ਰੋਲਣ ਵਾਲੇ ਲੋਕ, ਕਿਹਨੂੰ ਨਹੀਂ ਪਤਾ ਵੀ ਉਹ ਦੋਸ਼ੀ ਕੌਣ ਹੈਗੇ ਆ। ਤੇ ਜੇ ਇੱਕ ਇਮਾਨਦਾਰ ਆਈਪੀਐਸ ਅਧਿਕਾਰੀ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਰਿਪੋਰਟ ਤਿਆਰ ਕੀਤੀ ਤੇ ਤੁਸੀਂ ਇੰਨੀ ਕਮਜ਼ੋਰ ਪੈਰਵਾਈ ਕਰੋਗੇ, ਉਹ ਰਿਪੋਰਟ ਹਾਈ ਕੋਰਟ ਰੱਦ ਕਰ ਦੇਵੇ, ਉਹ ਰਿਪੋਰਟ ਪਰੇ ਕਰਕੇ ਇੱਕ ਨਵੀਂ ਐਸਆਈਟੀ ਗਠਿਤ ਕਰਨ ਦਾ ਫੈਸਲਾ ਕਰ ਦੇਵੇ ਤੇ ਤੁਸੀਂ ਲਾਲੀਪੌਪ ਦਿਓ ਹੁਣ ਸੁਪਰੀਮ ਕੋਰਟ ਤੇ। ਸੋ ਅਸੀਂ ਇਸ ਕੰਮ ਦੀ ਲੋਕ ਇਨਸਾਫ ਪਾਰਟੀ ਘੋਰ ਨਿੰਦਾ ਕਰਦੀ ਆ। ਸਾਡਾ ਗੌਰਵ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਗੁਰੂ ਦੇ ਨਾਲ
ਚਾਹੇ ਉਹ ਮੱਥਾ ਰੰਗੜ ਹੋਵੇ, ਉਹ ਅਹਿਮਦ ਸ਼ਾਹ ਅਬਦਾਲੀ ਹੋਵੇ, ਜਿਹਨੇ ਗੁਰੂ ਦੇ ਨਾਲ ਮੱਥਾ ਲਾਇਆ ਉਹਦਾ ਇਤਿਹਾਸ ਦੇ ਵਿੱਚ ਉਹਦੇ ਖਾਨਦਾਨ ਦਾ ਨਾਮ ਖਤਮ ਹੋ ਗਿਆ। ਉਧਰ ਕਾਂਗਰਸ ਦੇ ਸਾਬਕਾ ਮੰਤਰੀ ਹੰਸਰਾਜ ਜੋਸਨ ਵੀ ਅੱਜ ਕਾਂਗਰਸ ਪਾਰਟੀ ਨੂੰ ਛੱਡ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ। ਇਸ ਮੌਕੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਖੁਦ ਹੰਸਰਾਜ ਜੋਸਨ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤੇ ਨਾਲ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੇ ਦਿੱਤੀਆਂ ਗਈਆਂ ਨੇ। ਮੇਰੀ ਕੋਸ਼ਿਸ਼ ਰਹੀ ਹੈ ਐਸਪੀ ਸਾਹਿਬ ਜਲਾਲਾਬਾਦ ਹਲਕੇ ਨੂੰ ਮੈਂ ਵਧੀਆ ਬਣਾਵਾਂ। ਸਮਾਂ 5-7 ਸਾਲ ਸੀ ਜਦੋਂ ਮੈਂ ਡਿਪਟੀ ਸੀ ਤੇ ਮੇਰੀ ਕੋਸ਼ਿਸ਼ ਸੀ ਥੋੜੇ ਸੁਪਨੇ ਪੂਰੇ ਕਰ ਸਕਾਂ। ਕਾਫੀ ਹੱਦ ਤੱਕ ਮੈਂ ਕੀਤੇ ਵੀ ਹੈ, ਕਈ ਚੀਜ਼ਾਂ ਰਹਿ ਗਈਆਂ ਉਹ ਵੀ ਕੰਮ ਨੇੜੇ ਆ ਗਿਆ ਪੂਰੇ ਕਰਨ ਵਾਸਤੇ। ਹਰ ਪਾਰਟੀ ਨੂੰ ਚਾਹੀਦਾ ਚੰਗੇ ਬੰਦੇ ਪਾਰਟੀ ਜਾਣ ਤਾਂ ਹੀ ਪਾਰਟੀ ਅੱਗੇ ਵਧਦੀ ਹੈ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਪਾਰਟੀ ਤੋਂ ਜਿੱਥੇ ਜਿੱਥੇ ਹੀਰੇ ਹੈ ਉਹਨਾਂ ਨੂੰ ਚੱਕ ਕੇ ਆਪਣੇ ਕੋਲ ਲੈ ਕੇ ਆਵਾਂ। ਜੋਸ਼ਨ ਸਾਹਿਬ ਨਾਲ ਮੈਂ ਕਾਫੀ ਦੇਰ ਦਾ ਪਤਾ ਲੱਗਿਆ ਸੀ ਤੇ ਮੈਨੂੰ ਬੜੀ ਦਿਲੋਂ ਖੁਸ਼ੀ ਹੈ ਪਾਰਟੀ ਚ ਆਇਆ। ਆ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ। ਮੈਂ ਇਹਨਾਂ ਨੂੰ ਜ਼ਿਕਰ ਕੀਤਾ, ਮੈਂ ਕਿਹਾ ਸਾਡਾ ਕੋਈ ਹਾਈ ਕਮਾਂਡ ਨਹੀਂ। ਕਾਂਗਰਸ ਪਾਰਟੀ ਹੁਣ ਇਹਦੀ ਹੈ ਜੋ ਪਤਾ ਹੀ ਨਹੀਂ ਹੈ ਕਿ ਕੌਣ ਕਿੱਥੇ ਹੋਊਗਾ, ਕਿਹਦੀ ਕੀ ਕਰਨੀਆਂ, ਕਿਹਨੂੰ ਲੜਨਾ ਨਹੀਂ ਲੜਨਾ। ਉੱਥੇ ਚੰਗੇ ਬੰਦਿਆਂ ਦੀ ਕਦਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲੀ ਗੱਲ ਪੰਜਾਬੀਆਂ ਦੀ ਪਾਰਟੀ ਹੈ, ਦੂਜੀ ਗੱਲ ਸਾਡਾ ਸਾਰੀ ਪਾਰਟੀ ਵਿੱਚ ਜਿਹੜਾ ਸਾਡਾ ਸੀਨੀਅਰ ਲੀਡਰਸ਼ਿਪ ਹੈ, ਦੂਜੀ ਸਾਰੇ ਅਸੀਂ ਪਰਿਵਾਰ ਵਾਂਗੂ ਬੈਠ ਕੇ ਫੈਸਲਾ ਕਰਦੇ ਹਾਂ। ਉਧਰ ਪੂਰੇ ਮੁਲਕ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦਾ 130ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰੀ ਸਮਾਗਮ ਰਹੇ ਅਤੇ ਪੂਰੇ ਮੁਲਕ ਦੇ ਵਿੱਚ ਇਸ ਦਿਨ ਸਰਬਕਾਰੀ ਸਮਾਗਮ ਜਿਹੜੇ ਨੇ ਉਹ ਕਰਵਾਏ ਗਏ ਨੇ। ਪੰਜਾਬ ਦੇ ਸਰਕਾਰੀ ਸਮਾਗਮਾਂ ਦੀ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਪਾਸੇ ਰੂਪਨਗਰ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਯਾਦ ਕੀਤਾ ਗਿਆ। ਇਸ ਮੌਕੇ ਦੇ ਉੱਤੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਪੂਰਾ ਮੁਲਕ ਉਹਨਾਂ ਦੀਆਂ ਦੱਸੀਆਂ ਹੋਈਆਂ ਰਸਤਿਆਂ ਦੇ ਉੱਤੇ ਚੱਲੇ ਤਾਂ ਪੂਰੇ ਮੁਲਕ ਦੇ ਵਿੱਚ ਕਦੇ ਵੀ ਕਿਸੇ ਨਾਲ ਨਾਇਨਸਾਫੀ ਨਹੀਂ ਹੋਏਗੀ। ਦੁਨੀਆ ਦੇ ਮਹਾਨ ਚਿੰਤਕ ਸਮਾਜ ਸੁਧਾਰਕ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਯਾਦ ਕਰਨ ਲਈ, ਸ਼ਰਧਾ ਅਰਪਣ ਕਰਨ ਲਈ ਰੋਪੜ ਦੇ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਰਾਏ, ex-MLA ਸਰਦਾਰ ਭਾਗ ਸਿੰਘ ਜੀ, ਇਹਨਾਂ ਦੀ ਲੀਡਰਸ਼ਿਪ ਥੱਲੇ ਬਹੁਤ ਵੱਡਾ ਸਮਾਗਮ ਕੀਤਾ ਗਿਆ। ਮੈਂ ਅੱਜ ਦੇ ਮੁਬਾਰਕ ਮੌਕੇ ਤੇ ਡਾਕਟਰ ਸਾਹਿਬ ਨੂੰ ਭਰਪੂਰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਔਰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਅੱਜ ਦੇਸ਼ ਤੇ ਸਮਾਜ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਹੈ, ਜਿਸ ਭੰਬਲ ਭੂਸੇ 'ਚ ਅਸੀਂ ਫਸੇ ਹਾਂ, ਉਹਦਾ ਜਵਾਬ, ਉਹਦੇ 'ਚੋਂ ਨਿਕਲਣ ਦਾ ਰਸਤਾ ਕੇਵਲ ਤੇ ਕੇਵਲ ਡਾਕਟਰ ਅੰਬੇਦਕਰ ਸਾਹਿਬ ਦੀ ਸੋਚ ਹੈ। ਸੋ ਮੈਂ ਉਹਨਾਂ ਨੂੰ ਭਰਪੂਰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਪਰਮ ਪਿਤਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਜਿਹੇ ਮਹਾਨ ਸਪੂਤ ਭਾਰਤ ਮਾਤਾ ਬਾਰ-ਬਾਰ ਜਨਮ ਦੇਵੇ ਤਾਂ ਕਿ ਦੇਸ਼ ਸੂਬਾ ਸੋਹਣਾ ਬਣ ਸਕੇ, ਰਹਿਣ ਯੋਗ ਬਣ ਸਕੇ ਤੇ ਲੋਕਾਂ ਦੇ ਵੀ ਜਿਹੜਾ ਨਾ ਬਰਾਬਰੀ ਦਾ ਆਲਮ ਹੈ ਉਹ ਖਤਮ ਹੋ ਸਕੇ। ਉਧਰ ਲਗਾਤਾਰ ਪੰਜਾਬ ਦੇ ਵਿੱਚੋਂ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸੀ ਕਿ ਕਈ ਆੜਤੀਆਂ ਦੇ ਵੱਲੋਂ ਕਿਸਾਨਾਂ ਤੋਂ ਬਲੈਂਕ ਚੈੱਕ ਲਏ ਜਾ ਰਹੇ ਨੇ। ਇਹਨਾਂ ਬਲੈਂਕ ਚੈੱਕਾਂ ਦੇ ਮਾਮਲੇ ਦੇ ਵਿੱਚ ਹੁਣ ਭਾਜਪਾ ਆਗੂ ਤਰੁਣ ਚੁੱਗ ਬੋਲੇ ਨੇ। ਤਰੁਣ ਚੁੱਗ ਨੇ ਕਿਸਾਨਾਂ ਨੂੰ ਅਤੇ ਆੜਤੀਆਂ ਨੂੰ ਅਪੀਲ ਕੀਤੀ ਹੈ। ਉਹਨਾਂ ਦਾ ਕਿਸਾਨਾਂ ਨੂੰ ਕਹਿਣਾ ਸੀ ਕਿ ਕਿਸੇ ਵੀ ਆੜਤੀ ਨੂੰ ਬਲੈਂਕ ਚੈੱਕ ਜਾਂ ਅੰਗੂਠੇ ਲਾ ਕੇ ਕਿਸੇ ਵੀ ਤਰ੍ਹਾਂ ਦਾ ਪੱਤਰ ਨਾ ਦਿੱਤਾ ਜਾਵੇ ਜਿਸ ਦੇ ਵਿੱਚ ਕੁਝ ਵੀ ਲਿਖਿਆ ਜਾ ਸਕਦਾ ਹੈ। ਇਸ ਕਰਕੇ ਉਹਨਾਂ ਨੇ ਆੜਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਕੋਈ ਵੀ ਚੈੱਕ ਕਿਸਾਨਾਂ ਤੋਂ ਨਾ ਵਸੂਲੇ ਜਾਣ। ऐसा है कि किसी भी किसान वीर नूं किसी नूं भी ब्लैंक चैक नहीं देना चाहिए, अंगूठे ला के नहीं देने चाहिए। पंजाब दे किसान नूं मैं बेनती करांगा
ਨਰਿੰਦਰ ਮੋਦੀ ਜੀ ਨੇ ਕਿਸਾਨ ਨੂੰ ਪੈਸਾ ਸਿੱਧਾ ਇਸੇ ਪਿੱਛੇ ਦਿੱਤਾ ਹੈ ਕਿ ਉਹਦੀ ਖੂਨ ਔਰ ਪਸੀਨੇ ਦਾ ਪੈਸਾ ਜਿਹੜੀ ਉਹਨੇ ਫਸਲ ਦੇ ਰੂਪ ਚ ਖੜਾ ਕੀਤਾ ਹੈ, ਉਹ ਪੈਸਾ ਉਹਦੀ ਜੇਬ ਚ ਜਾਣਾ ਚਾਹੀਦਾ ਹੈ। ਇਹ ਕੱਟ ਮਨੀ ਔਰ ਝਟਕਾ ਮਨੀ ਕਰਨ ਵਾਲੇ ਲੋਕ ਜਿਹੜੇ ਉਹਨਾਂ ਦਾ ਪੈਸਾ ਖਾ ਜਾਂਦੇ ਸੀ, ਉਸ ਤੋਂ ਬਚਣਾ ਚਾਹੀਦਾ ਹੈ ਔਰ ਕਿਸਾਨ ਨੂੰ ਇਹ ਪੈਸਾ ਸਿੱਧਾ ਪਹੁੰਚਣਾ ਚਾਹੀਦਾ ਹੈ। ਇਹ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ, ਇਹ ਹੁਣ ਪ੍ਰਯਾਸ ਸਫਲ ਹੋ ਰਿਹਾ। ਆੜਤੀ ਭਾਈਚਾਰੇ ਨੂੰ ਬੇਨਤੀ ਕਰਾਂਗਾ, ਕਿਸਾਨਾਂ ਦੇ ਅੰਗੂਠੇ ਨਾ ਲਵਾਓ, ਬਲੈਂਕ ਚੈੱਕ ਨਾ ਲਵੋ, ਪੈਰਲਰ ਬੈਂਕਿੰਗ ਨਾ ਚਲਾਓ। ਜਿਹੜਾ ਤੁਹਾਡਾ ਕਰਜ਼ਾ ਹੈ ਉਹਨੂੰ ਵਾਅਦਾ ਕੀਤਾ ਸੀ ਕੈਪਟਨ ਸਾਹਿਬ ਨੇ ਆੜਤੀਆਂ ਦਾ ਕਰਜ਼ਾ ਮਾਫ ਕਰਨ ਦਾ, ਤੇ ਆੜਤੀ ਭਾਈਚਾਰੇ ਨੂੰ ਬੇਨਤੀ ਕਰਾਂਗਾ ਆਪਣੀ ਲਿਸਟਾਂ ਬਣਾਓ, ਕਿੰਨੇ ਕਿੱਥੋਂ ਪੈਸਾ ਲੈਣਾ ਹੈ ਉਹ ਲਿਸਟ ਲੈ ਕੇ ਕੈਪਟਨ ਸਾਹਿਬ ਕੋ ਜਾਓ ਔਰ ਕੈਪਟਨ ਸਾਹਿਬ ਅੱਗੇ ਬੇਨਤੀ ਕਰਾਂਗਾ ਚੈੱਕ ਕਿਸਾਨ ਕੋਲੋਂ ਬਲੈਂਕ ਨਾ ਲਓ। ਕੈਪਟਨ ਸਾਹਿਬ ਚੈੱਕ ਦਿਓ। ਤੁਸੀਂ ਵਾਅਦਾ ਕੀਤਾ ਸੀ ਕਾਫੀ ਵਿਦ ਕੈਪਟਨ ਦੇ 2016 ਚ, 2017 ਚ ਤੁਸੀਂ ਵਾਅਦਾ ਕੀਤਾ ਸੀ ਕਰਜ਼ ਮਾਫੀ ਦਾ। ਪੰਜਾਬ ਦਾ ਕਿਸਾਨ ਇੰਤਜ਼ਾਰ ਕਰ ਰਿਹਾ ਹੈ। ਆੜਤੀਆਂ ਦਾ ਕਰਜ਼ਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇਵੇ, ਨਾ ਕਿ ਕਿਸਾਨ ਭਾਈਚਾਰੇ ਕੋਲੋਂ ਬਲੈਂਕ ਚੈੱਕ ਲਿੱਤੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।